ਗਿੱਦੜ ਵੀ ਰਹਿੰਦੇ ਨੇ। ਹਾਲਾਂਕਿ ਗਿੱਦੜ 'ਚ ਵੀ ਕੁਝ ਕੁਆਲਿਟੀ ਹੁੰਦੀ ਹੈ। ਉਹਨਾਂ ਨੇ ਕਿਹਾ ਕਿ ਦਿੱਲੀ ਅੱਜ ਮਿਸ ਗਵਰਨੈਂਸ, ਮਿਸ ਕਰਪਟ ਗਵਰਨੈਂਸ ਤੇ ਬੈਡ ਗਵਰਨੈਂਸ ਦਾ ਕੇਸ ਸਟੱਡੀ ਬਣ ਚੁੱਕਿਆ ਹੈ। ਜ਼ਿਕਰਯੋਗ ਹੈ ਕਿ ਦਿੱਲੀ ਕਾਂਗਰਸ ਪੰਜਾਬ ਕਾਂਗਰਸ ਦੀ ਤਰ੍ਹਾਂ ਆਮ ਆਦਮੀ ਪਾਰਟੀ ਦੇ ਨਾਲ ਹੱਥ ਮਿਲਾਉਣ ਤੇ ਸਹਿਮਤ ਨਹੀਂ ਸੀ। ਇਸ ਤੋਂ ਪਹਿਲਾਂ ਆਰਡੀਨੈਂਸ ਨੂੰ ਲੈ ਕੇ ਜਦੋਂ ਆਮ ਆਦਮੀ ਪਾਰਟੀ ਨੇ ਕਾਂਗਰਸ ਤੋਂ ਸਮਰਥਨ ਮੰਗਿਆ ਤਾਂ ਉਦੋਂ ਵੀ ਦਿੱਲੀ ਕਾਂਗਰਸ ਨੇ ਵੀ ਪੰਜਾਬ ਕਾਂਗਰਸ ਦੀ ਤਰ੍ਹਾਂ ਹੀ ਵਿਰੋਧ ਜਤਾਇਆ ਸੀ ਤੇ ਹੁਣ ਦਿੱਲੀ ਕਾਂਗਰਸ ਦੇ ਆਗੂ ਸੰਦੀਪ ਦੀਕਸ਼ਿਤ ਨੇ ਆਮ ਆਦਮੀ ਪਾਰਟੀ ਤੇ ਤੰਜ ਕੀਤਾ ਹੈ। ਇੰਡੀਆ ਗੱਠਜੋੜ 'ਚ ਸ਼ਾਮਲ ਹੋਣ ਤੇ ਸੰਦੀਪ ਦੀਕਸ਼ਿਤ ਨੇ ਕਿਹਾ ਕਿ ਜੰਗਲ 'ਚ ਸ਼ੇਰ ਤੇ ਹਾਥੀ ਦੇ ਨਾਲ ਗਿੱਦੜ ਵੀ ਰਹਿੰਦੇ ਨੇ। ਗਿੱਦੜ 'ਚ ਵੀ ਕੁਝ ਕੁਆਲਿਟੀ ਹੁੰਦੀ ਹੈ। ਕਿਹਾ ਕਿ ਦਿੱਲੀ ਮਿਸ ਗਵਰਨੈਂਸ, ਕਰਪਟ ਗਵਰਨੈਂਸ ਤੇ ਬੈਡ ਗਵਰਨੈਂਸ ਦੀ ਕੇਸ ਸਟੱਡੀ ਅੱਜ ਬਣ ਚੁੱਕੀ ਹੈ। कभी बड़ा अलायंस होता है तो उसमें ऐसे सब भी हो जाते हैं। वो ऐसा नहीं है भाई, जंगल में जहाँ शेर रहते हैं, हाथी रहते हैं, वहाँ गीदड़ भी रहते हैं, तो दो चार तो ऐसे ही आते रहते हैं, उसमें क्या बड़ी बात हो गई। तो आप उपमा तो गीदड़ से कर रहे हैं फिर आम आदमी पार्टी के? नहीं, गीदड़ से भी नहीं करेंगे यार। गीदड़ बेचारे में भी बहुत बढ़िया क्वालिटीज होती हैं, वो भी प्राकृतिक होता है, उसका भी प्रकृति में कोई योगदान होता है। ਦਿੱਲੀ ਦੇ ਕਾਂਗਰਸ ਆਗੂ ਸੰਦੀਪ ਦੀਕਸ਼ਿਤ ਦਾ ਇਹ ਬਿਆਨ ਹੈ ਜਿੱਥੇ ਉਹ ਕਹਿੰਦੇ ਨਜ਼ਰ ਆਏ ਨੇ ਆਮ ਆਦਮੀ ਪਾਰਟੀ ਤੇ ਤੰਜ ਕਰਦੇ ਨਜ਼ਰ ਆਏ ਨੇ। ਆਮ ਆਦਮੀ ਪਾਰਟੀ ਨੂੰ ਗਿੱਦੜ ਕਹਿੰਦੇ ਨਜ਼ਰ ਆਏ ਨੇ। ਕਹਿ ਰਹੇ ਨੇ ਕਿ ਜੰਗਲ 'ਚ ਸ਼ੇਰ ਤੇ ਹਾਥੀ ਦੇ ਨਾਲ ਗਿੱਦੜ ਵੀ ਰਹਿੰਦੇ ਨੇ। ਗਿੱਦੜ 'ਚ ਵੀ ਕੁਝ ਕੁਆਲਿਟੀ ਤਾਂ ਹੁੰਦੀ ਹੈ। ਆਮ ਆਦਮੀ ਪਾਰਟੀ ਤੇ ਤੰਜ ਕੀਤਾ ਹੈ ਸੰਦੀਪ ਦੀਕਸ਼ਿਤ ਨੇ। ਕਿਹਾ ਕਿ ਗਿੱਦੜ 'ਚ ਵੀ ਕੁਝ ਕੁਆਲਿਟੀ ਹੁੰਦੀ ਹੈ, ਗਿੱਦੜ ਦਾ ਵੀ ਕੁਦਰਤ 'ਚ ਯੋਗਦਾਨ ਹੁੰਦਾ ਹੈ। ਤਾਂ ਇੰਡੀਆ ਗੱਠਜੋੜ 'ਚ ਆਮ ਆਦਮੀ ਪਾਰਟੀ ਦੇ ਸ਼ਾਮਲ ਹੋਣ ਨੂੰ ਲੈ ਕੇ ਸੰਦੀਪ ਦੀਕਸ਼ਿਤ ਨੇ ਇਹ ਤੰਜ ਕੀਤਾ ਹੈ। कभी बड़ा अलायंस होता है तो उसमें ऐसे सब भी हो जाते हैं। वो ऐसा नहीं है भाई, जंगल में जहाँ शेर रहते हैं, हाथी रहते हैं, वहाँ गीदड़ भी रहते हैं, तो दो चार तो ऐसे ही आते रहते हैं, उसमें क्या बड़ी बात हो गई। तो आप उपमा तो गीदड़ से कर रहे हैं फिर आम आदमी पार्टी के? नहीं, गीदड़ से भी नहीं करेंगे यार। गीदड़ बेचारे में भी बहुत बढ़िया क्वालिटीज होती हैं, वो भी प्राकृतिक होता है, उसका भी प्रकृति में कोई योगदान होता है। जब कभी बड़ा अलायंस होता है तो उसमें ऐसे सब भी हो जाते हैं। वो ऐसा नहीं है भाई, जंगल में जहाँ शेर रहते हैं, हाथी रहते हैं, वहाँ गीदड़ भी रहते हैं, तो दो चार तो ऐसे ही आते रहते हैं, उसमें क्या बड़ी बात हो गई। तो आप उपमा तो गीदड़ से कर रहे हैं फिर आम आदमी पार्टी के? नहीं, गीदड़ से भी नहीं करेंगे यार। गीदड़ बेचारे में भी बहुत बढ़िया क्वालिटीज होती हैं, वो भी प्राकृतिक होता है, उसका भी प्रकृति में कोई योगदान होता है। ਤਾਂ ਇਹ ਦਿੱਲੀ ਦੇ ਕਾਂਗਰਸ ਆਗੂ ਦਾ ਬਿਆਨ ਹੈ। ਦਿੱਲੀ ਦੀ ਕਾਂਗਰਸ ਦੇ ਵੱਲੋਂ ਆਮ ਆਦਮੀ ਪਾਰਟੀ ਨੂੰ ਆਰਡੀਨੈਂਸ ਦੇ ਮਾਮਲੇ ਤੇ ਸਮਰਥਨ ਦੇਣ ਦਾ ਵੀ ਵਿਰੋਧ ਕੀਤਾ ਗਿਆ ਸੀ ਤੇ ਹੁਣ ਦਿੱਲੀ ਦੇ ਕਾਂਗਰਸ ਆਗੂ ਸੰਦੀਪ ਦੀਕਸ਼ਿਤ ਨੇ ਆਮ ਆਦਮੀ ਪਾਰਟੀ ਤੇ ਤੰਜ ਕੀਤਾ ਹੈ। ਮਨਜਿੰਦਰ ਸਿਰਸਾ ਬੀਜੇਪੀ ਆਗੂ ਫੋਨ ਲਾਈਨ ਦੇ ਉੱਤੇ ਜੁੜੇ ਹੋਏ ਨੇ। ਮਨਜਿੰਦਰ ਸਿਰਸਾ ਜੀ, ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਇੱਕ ਪਾਸੇ ਆਮ ਆਦਮੀ ਪਾਰਟੀ ਕਾਂਗਰਸ ਵਿਰੋਧੀ ਦਲਾਂ ਦੇ ਗੱਠਜੋੜ ਦੇ ਵਿੱਚ ਇਕੱਠੇ ਸ਼ਾਮਲ ਨੇ, ਇਕੱਠੇ ਨਜ਼ਰ ਆ ਰਹੇ ਨੇ। 2 ਮੀਟਿੰਗਾਂ ਹੁਣ ਤੱਕ ਹੋ ਚੁੱਕੀਆਂ ਨੇ। ਸਮਰਥਨ ਦੇ ਵਿੱਚ ਵੀ ਕਿਤੇ ਨਜ਼ਰ ਆਉਂਦੇ ਨੇ, ਲੇਕਿਨ ਦਿੱਲੀ ਕਾਂਗਰਸ ਦੇ ਵੱਲੋਂ ਪਹਿਲਾਂ ਵੀ ਵਿਰੋਧ ਕੀਤਾ ਗਿਆ ਆਰਡੀਨੈਂਸ ਦੇ ਮਾਮਲੇ ਤੇ ਸਮਰਥਨ ਦੇਣ ਦਾ ਤੇ ਹੁਣ ਦਿੱਲੀ ਦੇ ਕਾਂਗਰਸ ਆਗੂ ਸੰਦੀਪ ਦੀਕਸ਼ਿਤ ਕਹਿ ਰਹੇ ਨੇ ਕਿ ਜਦੋਂ ਕੋਈ ਵੱਡਾ ਗੱਠਜੋੜ ਹੁੰਦਾ ਹੈ ਉਦੋਂ ਛੋਟੀਆਂ ਪਾਰਟੀਆਂ ਜਾਂ ਐਸੇ ਗੱਠਜੋੜ ਦੇ ਵਿੱਚ ਕਈ ਹੋਰ ਲੋਕ ਵੀ ਸ਼ਾਮਲ ਹੋ ਜਾਂਦੇ ਨੇ। ਕਹਿ ਰਹੇ ਨੇ ਕਿ ਜੰਗਲ 'ਚ ਸ਼ੇਰ ਤੇ ਹਾਥੀ ਨਾਲ ਗਿੱਦੜ ਵੀ ਰਹਿੰਦੇ ਨੇ। ਹਾਲਾਂਕਿ ਉਹ ਕਹਿ ਰਹੇ ਨੇ ਕਿ ਮੈਂ ਗਿੱਦੜ ਨਾਲ ਵੀ ਕੰਪੈਰੀਜ਼ਨ ਨਹੀਂ ਕਰਨਾ ਚਾਹੁੰਦਾ ਕਿਉਂਕਿ ਗਿੱਦੜ ਦੇ ਵਿੱਚ ਵੀ ਕੁਝ ਕੁਆਲਿਟੀ ਹੁੰਦੀ ਹੈ। ਇਸ ਬਿਆਨ ਨੂੰ ਬੀਜੇਪੀ ਕਿਵੇਂ ਦੇਖ ਰਹੀ ਹੈ? ਨਹੀਂ, ਦੇਖੋ ਇਹ ਤੇ ਉਹਨਾਂ ਦੀ ਇੰਟਰਨਲ ਲੜਾਈ ਹੈ, ਪਰ ਸਾਨੂੰ ਇਹ ਤੇ ਪਤਾ ਹੀ ਹੈ ਨਾ ਕਿ ਦੋਵਾਂ ਦੀ ਕੋਈ ਆਈਡੀਓਲੋਜੀ ਨਹੀਂ ਮਿਲਦੀ। ਦੋਵਾਂ ਦਾ ਇੱਕ ਮੌਕਾ ਪ੍ਰਸਤੀ ਦੇ ਨਾਲ ਇਹਨਾਂ ਨੇ ਅਲਾਇੰਸ ਕੀਤਾ ਹੈ। ਅੱਜ ਮੇਰਾ ਖਿਆਲ ਹੈ ਸਭ ਤੋਂ ਵੱਡਾ ਜਵਾਬ ਤੇ ਅੱਜ ਆਮ ਆਦਮੀ ਪਾਰਟੀ ਪੰਜਾਬ ਤੋਂ ਪੁੱਛਣਾ ਚਾਹੀਦਾ ਹੈ, ਜਿਨ੍ਹਾਂ ਨੂੰ ਗਿੱਦੜ ਤੋਂ ਵੀ ਮਾੜਾ ਦੱਸ ਰਹੇ ਨੇ। ਮਤਲਬ ਕਹਿ ਰਹੇ ਗਿੱਦੜ ਵੀ ਕੁਝ ਸ਼ਖਸੀਅਤ ਹੁੰਦੀ ਹੈ, ਉਸ ਤੋਂ ਵੀ ਗੰਦੇ ਨੇ। ਔਰ ਤੁਸੀਂ ਆਮ ਆਦਮੀ ਪਾਰਟੀ ਦੀ ਹਾਲਤ ਦੇਖੋ, ਜਿਨ੍ਹਾਂ ਨੂੰ ਗਾਲਾਂ ਕੱਢਦੇ ਰਹੇ, ਜਿਨ੍ਹਾਂ ਨੂੰ ਬੇਈਮਾਨ ਕਹਿੰਦੇ ਰਹੇ, ਲੁਟੇਰੇ ਕਹਿੰਦੇ, ਉਹਨਾਂ ਦੇ ਪੈਰਾਂ 'ਚ ਵੀ ਪੈ ਰਹੇ ਨੇ ਔਰ ਗਿੱਦੜ ਵੀ ਖਵਾ ਰਹੇ ਨੇ। ਹਾਲਾਤ ਦੇਖੋ ਤੁਸੀਂ ਕਿੱਡੇ ਨੇ। ਰਾਜਨੀਤੀ ਦੇ ਅੰਦਰ ਸੱਤਾ ਦੀ ਲੋਭ ਲਾਲਚ ਬੰਦੇ ਨੂੰ ਕਿੱਥੋਂ ਤਾਈਂ ਲਿਆ ਕੇ ਖੜਿਆ ਕਰ ਦਿੰਦੀ ਆ ਕਿ ਗਿੱਦੜ ਵੀ ਖਵਾ ਰਹੇ ਨੇ, ਗਾਲਾਂ ਵੀ ਸੁਣ ਰਹੇ ਨੇ, ਬੇਈਮਾਨ ਲੋਕਾਂ ਦੀ ਆਰਾਧਨਾ ਵੀ ਕਰ ਰਹੇ ਨੇ
ਜਿਹੜੇ ਲੋਕ ਜੇਲ੍ਹਾਂ 'ਚ ਨੇ ਉਹਨਾਂ ਦੇ ਪੈਰ ਵੀ ਫੜਨ ਤੱਕ ਜਾ ਰਹੇ ਨੇ, ਪਰ ਨਾਲ ਫਿਰ ਵੀ ਗਿੱਦੜ ਤੋਂ ਗੰਦਾ ਖਵਾ ਰਹੇ ਨੇ ਆਪਣੇ ਆਪ ਨੂੰ। ਮੇਰਾ ਖਿਆਲ ਆ ਕਿ ਅੱਜ ਪੰਜਾਬ ਦੇ ਲੋਕਾਂ ਨੂੰ ਸਮਝਣ ਦੀ ਲੋੜ ਆ ਕਿ ਕਿਸ ਲੈਵਲ ਦਾ ਆਦਮੀ ਅਰਵਿੰਦ ਕੇਜਰੀਵਾਲ, ਕਿਤਨੀ ਉਹਦੀ ਇੱਜ਼ਤ ਆ ਕਿ ਉਸ ਦੀ ਬੇਇੱਜ਼ਤੀ ਕਰਨ 'ਚ ਵੀ ਵਿਰੋਧੀ ਕੋਈ ਕਸਰ ਨਹੀਂ ਛੱਡਦੇ। ਉਹਦੇ ਸਾਥੀ ਜਿਹੜੇ ਕਿ ਉਹਦੇ ਅੰਦਰ ਨਾਲ ਪਾਰਟੀ 'ਚ ਨੇ, ਲੇਕਿਨ ਉਹ ਫਿਰ ਵੀ ਕਹਿੰਦਾ ਕਿ ਕੋਈ ਗੱਲ ਨਹੀਂ, ਸੱਤਾ ਮੈਨੂੰ ਦੇ ਦਿਓ, ਭਾਵੇਂ ਇਹਦੇ ਬਦਲੇ 'ਚ ਕੁਝ ਵੀ ਮੇਰੇ ਤੋਂ ਲੈ ਲਓ। ਨਾ ਸਹਿਬ ਮਾਨ ਆ, ਨਾ ਕੋਈ ਆਪਣੀ ਇੱਜ਼ਤ ਆ, ਨਾ ਕੋਈ ਆਪਣਾ ਮਾਣ ਆ, ਨਾ ਕੋਈ ਆਪਣਾ ਬੰਦੇ ਦੀ ਇੰਟਰਨਲ ਤੇ ਕੁਝ ਹੁੰਦਾ ਹੈ ਨਾ ਕਿ ਮੇਰਾ ਵੀ ਮੈਂ ਸਮਾਜਿਕ ਆਦਮੀ ਆ। ਮਤਲਬ ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਜ਼ਿਆਦਾ ਬੇਇੱਜ਼ਤੀ ਕਿਸੇ ਇਨਸਾਨ ਦੀ ਕੀਤੀ ਜਾ ਸਕਦੀ ਆ। ਔਰ ਉਹਦੇ ਬਾਵਜੂਦ ਉਹਨਾਂ ਦੇ ਪੈਰ ਫੜੇਗਾ। ਦੇਖਿਓ ਕੱਲ ਫਿਰ ਰਾਹੁਲ ਗਾਂਧੀ ਨੂੰ ਟਾਈਮ ਮੰਗੇਗਾ। ਇਹ ਹਾਲਾਤ ਆ, ਇਹ ਇਹਨਾਂ ਦੀ ਅਸਲੀ ਚਿਹਰਾ ਜਿਹੜਾ ਮੈਂ ਸਮਝਦਾ ਸੰਦੀਪ ਦੀਕਸ਼ਿਤ ਨੇ ਇਹਨਾਂ ਦਾ ਬੇਨਕਾਬ ਕੀਤਾ ਅਸਲੀ ਚਿਹਰਾ। ਮਨਜਿੰਦਰ ਸਿਰਸਾ ਜੀ, ਨੈਸ਼ਨਲ ਲੈਵਲ ਦੇ ਉੱਤੇ ਅਸੀਂ ਦੇਖਦੇ ਹਾਂ ਕਿ ਇੱਕ ਦੂਸਰੇ ਦੇ ਨਾਲ ਇਸ ਗੱਠਜੋੜ ਦੇ ਵਿੱਚ ਸਹਿਮਤੀ ਵੀ ਜਤਾਈ ਜਾ ਰਹੀ ਹੈ। ਬਹੁਤ ਸਾਰੀਆਂ ਗੱਲਾਂ ਤੇ ਆਰਡੀਨੈਂਸ ਦੇ ਮਾਮਲੇ ਤੇ ਬਿੱਲ ਦੇ ਮਾਮਲੇ ਤੇ ਵੀ ਸਮਰਥਨ ਦਿੱਤਾ ਕਾਂਗਰਸ ਨੇ। ਦੂਸਰੇ ਪਾਸੇ ਪੰਜਾਬ ਕਾਂਗਰਸ ਤੇ ਦਿੱਲੀ ਕਾਂਗਰਸ ਇਸ ਗੱਠਜੋੜ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਸ਼ਾਮਲ ਹੋਣ ਤੇ ਜਾਂ ਫਿਰ ਬਿੱਲ ਦੇ ਉੱਤੇ ਸਮਰਥਨ ਦੇਣ ਤੇ ਵੀ ਰਾਜ਼ੀ ਨਹੀਂ ਸੀ। ਪੰਜਾਬ ਕਾਂਗਰਸ ਦੇ ਆਗੂ ਵੀ ਪਿਛਲੇ ਦਿਨੀ ਫਿਰ ਤੋਂ ਮੁਲਾਕਾਤ ਕਰਕੇ ਆਏ ਨੇ ਕਿ ਇਹਨਾਂ ਦੇ ਨਾਲ ਕੋਈ ਗੱਠਜੋੜ ਨਹੀਂ ਸਾਡਾ, ਜਾਂ ਵਾਰ-ਵਾਰ ਬਿਆਨ ਦਿੰਦੇ ਨੇ ਕਿ ਪੰਜਾਬ ਦੇ ਵਿੱਚ ਸਾਡਾ ਇਹਨਾਂ ਦੇ ਨਾਲ ਕੋਈ ਗੱਠਜੋੜ ਨਹੀਂ ਹੈ, ਅਸੀਂ ਮੁੱਖ ਵਿਰੋਧੀ ਧਿਰ ਹੀ ਹਾਂ ਪੰਜਾਬ ਦੇ ਵਿੱਚ। ਤੇ ਦਿੱਲੀ ਦੇ ਵਿੱਚ ਵੀ ਅਸੀਂ ਉਹੀ ਸਭ ਦੇਖ ਰਹੇ ਹਾਂ। ਤੁਹਾਨੂੰ ਲੱਗਦਾ ਹੈ ਕਿ ਲੰਬਾ ਸਮਾਂ ਇਹ ਇਸ ਤਰੀਕੇ ਦੇ ਨਾਲ ਚੱਲ ਸਕੇਗਾ? ਨਹੀਂ, ਦੇਖੋ ਦੋਵੇਂ ਮੌਕਾ ਪ੍ਰਸਤ ਨੇ। ਤੁਸੀਂ ਦੇਖੋ ਜਦੋਂ ਮੌਕਾ ਪ੍ਰਸਤ ਲੋਕ ਇਕੱਠੇ ਹੁੰਦੇ ਨੇ ਤੇ ਤਾਂ ਕਦੇ ਵੀ ਨਹੀਂ ਹੁੰਦਾ ਕਿ ਉਹ ਲੰਬਾ ਚੱਲੇਗਾ। ਮੌਕਾ ਆਉਣ ਦੀ ਗੱਲ ਆ। ਮੌਕਾ ਪ੍ਰਸਤੀ ਦਾ ਮਤਲਬ ਕੀ ਹੈ ਕਿ ਜਦੋਂ ਮੌਕਾ ਆਇਆ ਜੁੜ ਗਏ, ਜਦੋਂ ਮੌਕਾ ਆਇਆ ਛੱਡ ਗਏ। ਇਹ ਮੌਕਾ ਪ੍ਰਸਤ ਲੋਕ ਨੇ। ਇਹਨਾਂ ਦੀ ਕੋਈ ਆਈਡੀਓਲੋਜੀ ਨਹੀਂ ਹੈਗੀ, ਇਹਨਾਂ ਦੀ ਕੋਈ ਪੰਜਾਬ ਪ੍ਰਤੀ ਸੋਚ ਨਹੀਂ, ਪੰਜਾਬ ਪ੍ਰਤੀ ਭਾਵਨਾ ਨਹੀਂ। ਇਹਨਾਂ ਦੀ ਕੇਵਲ ਇੱਕ ਗੱਲ ਆ ਵੀ ਕਿਸੇ ਤਰੀਕੇ ਲੁੱਟ ਖਸੁੱਟ ਕੀਤੀ ਆ, ਉਹਨੂੰ ਹਜਮ ਕਰੀਏ। ਅਰਵਿੰਦ ਕੇਜਰੀਵਾਲ ਦੀ ਇੱਕੋ ਗੱਲ ਸੀ ਕਿ ਮੇਰੇ ਤੇ ਵਿਜੀਲੈਂਸ ਕਿਤੇ ਆ ਨਾ ਜਾਵੇ, ਵਿਜੀਲੈਂਸ ਮੇਰੇ ਹੱਥ 'ਚ ਰਵੇ, ਨਹੀਂ ਤੇ ਮੇਰਾ ਜਿਹੜੇ ਮੈਂ ਕਰਪਸ਼ਨ ਕੀਤੀ ਆ ਉਹ ਮੈਂ ਉਹ 'ਚ ਫਸੂੰਗਾ। ਸੋ ਉਹ ਵੀ ਆਪਣੀ ਕਰਪਸ਼ਨ ਦੇ ਪੈਸਿਆਂ ਤੋਂ ਬਚਣ ਵਾਸਤੇ, ਕਰਪਸ਼ਨ ਦੇ ਕੇਸਾਂ ਤੋਂ ਬਚਣ ਵਾਸਤੇ ਕਾਂਗਰਸ ਦੇ ਪੈਰਾਂ 'ਚ ਪਿਆ ਹੈ। ਕਾਂਗਰਸ ਨੂੰ ਲੱਗਦਾ ਹੈ ਕਿ ਅਸੀਂ ਨੈਸ਼ਨਲ ਲੈਵਲ ਤੇ ਸਾਡਾ ਬੁਰਾ ਹਾਲ ਆ, ਕੇਸਾਂ 'ਚ ਅਸੀਂ ਉਲਝ ਕੇ ਰਹਿ ਗਏ ਹਾਂ, ਪੈਸੇ ਦਾ ਹਿਸਾਬ ਮੰਗ ਰਹੀਆਂ ਸਰਕਾਰਾਂ, ਸ਼ਾਇਦ ਸਾਡੀ ਕਿਸੇ ਤਰੀਕੇ ਸਰਕਾਰ ਬਣ ਜੇ ਤੇ ਅਸੀਂ ਵੀ ਬਚ ਜਾਈਏ। ਸੋ ਦੋਵੇਂ ਲੋਕ ਜਿਹੜੇ ਆ, ਕਾਂਗਰਸ ਵੀ ਕਰਪਸ਼ਨ ਤੋਂ ਬਚਣ ਵਾਸਤੇ ਰਸਤਾ ਲੱਭ ਰਹੀ ਆ ਤੇ ਆਮ ਆਦਮੀ ਪਾਰਟੀ ਵੀ ਕਰਪਸ਼ਨ ਤੋਂ ਬਚਣ ਵਾਸਤੇ ਰਸਤਾ ਲੱਭ ਰਹੀ ਆ। ਮੌਕਾ ਪ੍ਰਸਤੀ ਕਰਪਸ਼ਨ ਤੋਂ ਬਚਣ ਦੀ ਆ, ਹੋਰ ਕੋਈ ਮੌਕਾ ਪ੍ਰਸਤੀ ਨਹੀਂ ਹੈ ਜੀ। ਜੀ ਜੀ, ਸ਼ੁਕਰੀਆ ਸਿਰਸਾ ਜੀ ਸਾਡੇ ਨਾਲ ਜੁੜਨ ਦੇ ਲਈ, ਆਪਣੀ ਗੱਲ ਰੱਖਣ ਦੇ ਲਈ। ਤਾਂ ਬੀਜੇਪੀ ਆਗੂ ਮਨਜਿੰਦਰ ਸਿਰਸਾ ਕਹਿ ਰਹੇ ਨੇ ਕਿ ਦੋਵੇਂ ਹੀ ਧਿਰਾਂ ਮੌਕਾ ਪ੍ਰਸਤ ਨੇ। ਜਦੋਂ ਮੌਕਾ ਆਇਆ ਤਾਂ ਇਕੱਠੇ ਨੇ ਤੇ ਜਦੋਂ ਮੌਕਾ ਆਏਗਾ ਤਾਂ ਇੱਕ ਦੂਸਰੇ ਦਾ ਸਾਥ ਛੱਡ ਜਾਣਗੇ। ਦਿੱਲੀ ਦੇ ਕਾਂਗਰਸ ਆਗੂ ਸੰਦੀਪ ਦੀਕਸ਼ਿਤ ਨੇ ਆਮ ਆਦਮੀ ਪਾਰਟੀ ਤੇ ਤੰਜ ਕੀਤਾ ਹੈ ਇੰਡੀਆ ਗੱਠਜੋੜ 'ਚ ਆਮ ਆਦਮੀ ਪਾਰਟੀ ਦੇ ਸ਼ਾਮਲ ਹੋਣ ਤੇ। ਉਹਨਾਂ ਨੇ ਕਿਹਾ ਕਿ ਜਦੋਂ ਇਸ ਤਰੀਕੇ ਦਾ ਵੱਡਾ ਅਲਾਇੰਸ ਹੁੰਦਾ ਹੈ ਤਾਂ ਛੋਟੇ-ਮੋਟੇ ਲੋਕ ਜਾਂ ਛੋਟੀਆਂ-ਮੋਟੀਆਂ ਪਾਰਟੀਆਂ ਵੀ ਸ਼ਾਮਲ ਹੋ ਜਾਂਦੀਆਂ ਨੇ। ਜੰਗਲ 'ਚ ਸ਼ੇਰ ਤੇ ਹਾਥੀ ਦੇ ਨਾਲ ਗਿੱਦੜ ਵੀ ਰਹਿੰਦੇ ਨੇ। ਹਾਲਾਂਕਿ ਉਹਨਾਂ ਨੇ ਕਿਹਾ ਕਿ ਮੈਂ ਗਿੱਦੜ ਵੀ ਨਹੀਂ ਕਹੂੰਗਾ, ਗਿੱਦੜ ਦੇ ਵਿੱਚ ਵੀ ਕੁਝ ਕੁਆਲਿਟੀ ਹੁੰਦੀ ਹੈ, ਗਿੱਦੜ ਦਾ ਵੀ ਕੁਦਰਤ ਦੇ ਵਿੱਚ ਯੋਗਦਾਨ ਹੁੰਦਾ ਹੈ। ਉਧਰ ਲੋਕ ਸਭਾ ਦੇ ਵਿੱਚ ਫਜ਼ੂਲ ਖਰਚਿਆਂ ਤੇ ਰੋਕਥਾਮ ਬਿੱਲ ਪੇਸ਼ ਕੀਤਾ ਗਿਆ ਹੈ। ਐਮਪੀ ਜਸਬੀਰ ਸਿੰਘ ਡਿੰਪਾ ਨੇ ਬਿੱਲ ਪੇਸ਼ ਕੀਤਾ ਹੈ। ਵਿਆਹ ਸਮਾਗਮਾਂ ਦੇ ਵਿੱਚ ਵਾਧੂ ਖਰਚੇ ਤੇ ਰੋਕਥਾਮ ਸੰਬੰਧੀ ਬਿੱਲ ਪੇਸ਼ ਕੀਤਾ ਹੈ। ਡਿੰਪਾ ਦਾ ਕਹਿਣਾ ਹੈ ਜਾਂ ਇਸ ਬਿੱਲ ਦੇ ਵਿੱਚ ਉਹਨਾਂ ਨੇ ਇਹ ਜ਼ਿਕਰ ਕੀਤਾ ਹੈ ਕਿ ਬਰਾਤ ਦੇ ਵਿੱਚ 50 ਤੋਂ ਵੱਧ ਲੋਕ ਸ਼ਾਮਲ ਨਾ ਹੋਣ, ਕਿਸੇ ਸਮਾਗਮ ਦੇ ਵਿੱਚ 10 ਤੋਂ ਵੱਧ ਪਕਵਾਨ ਨਹੀਂ ਹੋਣਗੇ, 2500 ਰੁਪਏ ਤੋਂ ਵੱਧ ਨਾ ਸ਼ਗਨ ਤੇ ਨਾ ਤੋਹਫੇ ਹੋਣਗੇ। ਆਮ ਜਨਤਾ ਤੇ ਇਸ ਦਾ ਵਾਧੂ ਖਰਚੇ ਦਾ ਬੋਝ ਘਟੇਗਾ। ਲਿੰਗ ਅਨੁਪਾਤ ਨੂੰ ਸੁਧਾਰਨ ਦੇ ਵਿੱਚ ਵੀ ਇਹ ਬਿੱਲ ਮਦਦਗਾਰ ਹੋਵੇਗਾ। ਭਰੂਣ ਹੱਤਿਆ ਦੀਆਂ ਘਟਨਾਵਾਂ ਤੇ ਵੀ ਰੋਕ ਲੱਗੇਗੀ। ਜਸਬੀਰ ਸਿੰਘ ਡਿੰਪਾ ਦੇ ਵੱਲੋਂ ਲੋਕ ਸਭਾ 'ਚ ਫਜ਼ੂਲ ਖਰਚਿਆਂ ਤੇ ਰੋਕਥਾਮ ਬਿੱਲ ਪੇਸ਼ ਕੀਤਾ ਗਿਆ ਹੈ। ਵਿਆਹਾਂ ਦੇ ਵਿੱਚ ਜਿਸ ਤਰੀਕੇ ਨਾਲ ਲੋਕ ਬਹੁਤ ਜ਼ਿਆਦਾ ਫਜ਼ੂਲ ਖਰਚੀ ਕਰਦੇ ਨੇ ਜਾਂ ਫਿਰ ਖਾਣੇ ਦੀ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਵੇਸਟੇਜ ਹੁੰਦੀ ਹੈ, ਉਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਇਹ ਬਿੱਲ ਪੇਸ਼ ਕੀਤਾ ਗਿਆ ਹੈ। ਕਈ ਵਾਰ ਬਰਾਤੀਆਂ ਦੇ ਵੱਲੋਂ ਦਬਾਅ ਹੁੰਦਾ ਹੈ ਕਿ ਸਾਡੇ ਇੰਨੇ ਲੋਕ ਸ਼ਾਮਲ ਹੋਣਗੇ, ਸਾਡੇ 200 ਲੋਕ ਜਾਂ 300 ਲੋਕ ਸ਼ਾਮਲ ਹੋਣਗੇ, ਤਾਂ ਉਸ ਸਭ ਫਜ਼ੂਲ ਖਰਚੀ ਤੋਂ ਰਾਹਤ ਕਿਤੇ ਨਾ ਕਿਤੇ ਆਮ ਲੋਕਾਂ ਨੂੰ ਮਿਲੇਗੀ। ਆਮ ਜਨਤਾ ਤੇ ਵਾਧੂ ਖਰਚੇ ਦਾ ਬੋਝ ਇਸ ਦੇ ਨਾਲ ਘਟੇਗਾ ਹੈ। ਜਸਬੀਰ ਸਿੰਘ ਡਿੰਪਾ ਨੇ ਕਿਹਾ ਬਰਾਤ 'ਚ 50 ਤੋਂ ਵੱਧ ਲੋਕ ਸ਼ਾਮਲ ਨਹੀਂ ਹੋਣਗੇ, ਕਿਸੇ ਸਮਾਗਮ ਦੇ ਵਿੱਚ 10 ਤੋਂ ਵੱਧ ਪਕਵਾਨ ਨਹੀਂ ਹੋਣਗੇ, 2500 ਰੁਪਏ ਤੋਂ ਵੱਧ ਨਾ ਸ਼ਗਨ ਤੇ ਨਾ ਤੋਹਫੇ ਹੋਣਗੇ। ਜਸਬੀਰ ਸਿੰਘ ਡਿੰਪਾ ਨੇ ਕਿਹਾ ਕਿ ਲਿੰਗ ਅਨੁਪਾਤ ਨੂੰ ਸੁਧਾਰਨ ਦੇ ਵਿੱਚ ਵੀ ਇਹ ਬਿੱਲ ਮਦਦਗਾਰ ਹੋਏਗਾ ਤੇ ਭਰੂਣ ਹੱਤਿਆ ਦੀਆਂ ਘਟਨਾਵਾਂ ਤੇ ਵੀ ਰੋਕ ਲੱਗੇਗੀ। Rise to move for leave to introduce a bill to prevent wasteful expenditure on special occasions such as weddings and festivals
with the view to bring positive changes in lives of the underprivileged and the destitute and for better connected therewith. प्रश्न है कि विधेयक को प्रस्तावित करने की अनुमति प्रदान की जाए। जो सदस्य इसके पक्ष में वो हाँ कहें, जो सदस्य इसके विरोध में वो ना कहें। मेरे विचार में निर्णय हाँ वालों के पक्ष में हुआ। हाँ वालों के पक्ष में हुआ। माननीय सदस्य विधेयक को प्रस्तावित करें। जी Sir, I introduce prevention of wasteful expenditure on बस बिल कह special दीजिए। occasions वो bill तो आप बोल ही चुके 2020. पहले। जी। I rise to move for leave to introduce a bill to prevent wasteful expenditure on special occasions such as weddings and festivals with the view to bring positive changes in lives of the underprivileged and the destitute and for better connected therewith. प्रश्न है कि विधेयक को प्रस्तावित करने की अनुमति प्रदान की जाए। जो सदस्य इसके पक्ष में वो हाँ कहें, जो सदस्य इसके विरोध में वो ना कहें। मेरे विचार में निर्णय हाँ वालों के पक्ष में हुआ। हाँ वालों के पक्ष में हुआ। माननीय सदस्य विधेयक को प्रस्तावित करें। जी Sir, I introduce prevention of wasteful expenditure on बस बिल कह special दीजिए। occasions वो bill तो आप बोल ही चुके पहले। 2020. जी ਉਧਰ ਲੁਧਿਆਣਾ ਦੇ ਗੁਰਦੁਆਰੇ ਦੇ ਵਿੱਚ ਨਸ਼ੇ ਦਾ ਆਦੀ ਇੱਕ ਸ਼ਖਸ ਦਾਖਲ ਹੋਇਆ ਤੇ ਗੁਰੂ ਘਰ ਦੇ ਵਿੱਚ ਬੇਅਦਬੀ ਦੀ ਕੋਸ਼ਿਸ਼ ਕੀਤੀ ਹੈ। ਸੇਵਾਦਾਰਾਂ ਨੇ ਸ਼ਖਸ ਨੂੰ ਕਾਬੂ ਕਰ ਲਿਆ। ਪਹਿਲਾਂ ਉਸ ਦੇ ਨਾਲ ਕੁੱਟਮਾਰ ਕੀਤੀ ਤੇ ਫਿਰ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਤਾਜਪੁਰ ਰੋਡ ਦੇ ਵਿੱਚ ਇੰਦਰਾਪੁਰੀ ਇਲਾਕੇ ਦੀ ਇਹ ਘਟਨਾ ਹੈ। ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਗੁਰੂ ਘਰ ਦੇ ਵਿੱਚ ਬੇਅਦਬੀ ਦੀ ਕੋਸ਼ਿਸ਼ ਹੋਈ ਹੈ। ਇੱਕ ਨਸ਼ੇ ਦਾ ਆਦੀ ਸ਼ਖਸ ਲੁਧਿਆਣਾ ਦੇ ਗੁਰੂ ਘਰ 'ਚ ਦਾਖਲ ਹੋਇਆ ਤੇ ਗੁਰੂ ਘਰ 'ਚ ਬੇਅਦਬੀ ਦੀ ਕੋਸ਼ਿਸ਼ ਇਸ ਦੇ ਵੱਲੋਂ ਕੀਤੀ ਗਈ, ਜਿਸ ਨੂੰ ਮੌਕੇ ਤੇ ਹੀ ਸੇਵਾਦਾਰਾਂ ਨੇ ਕਾਬੂ ਕਰ ਲਿਆ। ਪਹਿਲਾਂ ਇਸ ਦੇ ਨਾਲ ਕੁੱਟਮਾਰ ਕੀਤੀ ਗਈ ਤੇ ਉਸ ਤੋਂ ਬਾਅਦ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਸੀਸੀਟੀਵੀ ਫੁਟੇਜ ਆਈ ਸੀਸੀਟੀਵੀ ਫੁਟੇਜ ਹੈਗੀ ਹੈ ਜੋ ਅੰਦਰ ਭਜਦੇ ਦੀ ਗਲੀ ਚ ਭਜਦੇ ਦੀ ਹੈਗੀ, ਸਾਰੀ ਹੈਗੀ ਹੈ, ਗੁਰਦੁਆਰਾ ਸਾਹਿਬ ਦੇ ਅੰਦਰ ਦੀ ਵੀ ਹੈ। ਸਾਨੂੰ ਕੋਈ ਨੀਅਰ ਅਬਾਊਟ ਅੱਧਾ ਘੰਟੇ ਦੇ ਉੱਤੇ ਹੋ ਗਿਆ ਪੁਲਿਸ ਨੂੰ ਫੋਨ ਕੀਤਿਆਂ। ਅਸੀਂ ਤਾਂ ਬੇਨਤੀ ਇਹ ਕਰਦੇ ਹਾਂ ਕਿ ਜਦੋਂ ਇਹ ਫੜ ਕੇ ਇਹੋ ਜਿਹੇ ਸ਼ਖਸ ਨੂੰ ਅਸੀਂ ਪੁਲਿਸ ਕੋਲ ਦਿੰਦੇ ਹਾਂ, ਪੁਲਿਸ ਨੇ ਦੂਜੇ ਦਿਨ ਦੱਸ ਦੇਣਾ ਕਿ ਜੇ ਮੈਂਟਲੀ ਅਪਸੈਟ ਸੀਗਾ ਜੀ ਤਾਂ ਚਲਾ ਗਿਆ। ਕਿ ਜਿੰਨੇ ਮੈਂਟਲੀ ਅਪਸੈਟ ਹੁੰਦੇ ਗੁਰੂ ਘਰ ਹੀ ਲੱਭਦਾ ਉਹਨਾਂ ਨੂੰ ਬੇਦਬੀ ਕਰਨ ਲਈ, ਜਾਂ ਇਹ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਇਹ ਬਾਅਦ ਚੋਂ ਹਾਵੀ ਹੋ ਜਾਂਦੇ ਨੇ ਜਾਂ ਉਹਨਾਂ 'ਤੇ ਹਮਲਾ ਕਰ ਦਿੰਦੇ ਨੇ ਕਿਸੇ ਜਿਹੜਾ ਬੰਦਾ ਫੜਿਆ। ਮੇਨ ਗੇਟ ਤੋਂ ਨਾ ਗੁਰਦੁਆਰਾ ਸਾਹਿਬ ਦੇ ਜਦੋਂ ਐਂਟਰ ਹੋ ਕੇ ਬਹੁਤ ਨੱਚਦਾ ਟੱਪਦਾ ਅੰਦਰ ਵੜ ਕੇ ਆ ਗਿਆ, ਜਿਵੇਂ ਆਪਾਂ ਐਜ਼ ਏ ਮੈਂਟਲੀ ਹਰਕਤ ਦਿਖਾਉਣ ਲੱਗ ਪੈਂਦੇ ਹਾਂ। ਉਹ ਤੋਂ ਅੰਦਰ ਵੜ ਕੇ ਇਹ ਅਸੀਂ ਕੀਰਤਨ ਕਰ ਰਹੇ ਸੀ। ਅੰਦਰ ਕੀਰਤਨ ਕਰਦੇ ਕਰਦੇ ਸਾਡੇ ਵਾਜਿਆਂ ਦੇ ਉੱਤੇ ਹੱਥ ਮਾਰੇ ਜਾਂਦਾ, ਬਾਹਰ ਭੱਜਣ ਨੂੰ ਤੇ ਬੀਬੀਆਂ ਨੂੰ ਜਾ ਕੇ ਤੰਗ ਕਰਨ ਲੱਗ ਪਿਆ। ਇੱਥੇ ਸਾਡੀ ਜੇਕਰ ਇੰਨਾ ਅਪਸੈਟ ਹੋਵੇ, ਤੁਸੀਂ ਦੇਖੋ ਹੁਣ ਉਹ ਸਾਵਧਾਨ ਖੜਾ ਆ। ਇਹ ਪਤਾ ਨਹੀਂ ਕਿਹਦੀਆਂ ਸੂਝੀਆਂ ਚਾਲਾਂ ਨੇ ਜਿਹੜੀਆਂ ਇਹ ਗੁਰੂ ਸਾਹਿਬ ਦੀ ਬੇਦਬੀ ਕਰਾਉਣ ਵਿੱਚ ਪਤਾ ਨਹੀਂ ਕਿਹਦਾ ਹੱਥ ਹੈ। ਅਸੀਂ ਸਰਕਾਰ ਨੂੰ ਵੀ ਰਿਕੁਐਸਟ ਕਰਦੇ ਹਾਂ ਇਹਨਾਂ ਨੂੰ ਜਲਦ ਤੋਂ ਜਲਦ ਨੱਥ ਪਾਈ ਜਾਵੇ। ਤਾਂ ਇਹ ਲੁਧਿਆਣਾ ਦੇ ਵਿੱਚ ਇਹ ਘਟਨਾ ਵਾਪਰੀ ਹੈ, ਜਿੱਥੇ ਇੱਕ ਨਸ਼ੇ ਦਾ ਆਦੀ ਸ਼ਖਸ ਗੁਰੂ ਘਰ ਦੇ ਵਿੱਚ ਦਾਖਲ ਹੋਇਆ ਤੇ ਇਸ ਦੇ ਵੱਲੋਂ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੂੰ ਸੇਵਾਦਾਰਾਂ ਨੇ ਮੌਕੇ ਤੇ ਹੀ ਕਾਬੂ ਕਰ ਲਿਆ। ਪਹਿਲਾਂ ਇਸ ਦੀ ਕੁੱਟਮਾਰ ਕੀਤੀ ਗਈ ਤੇ ਫਿਰ ਇਸ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ। ਘਟਨਾ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਇਹ ਸ਼ਖਸ, ਜਿਵੇਂ ਲੋਕ ਦੱਸ ਰਹੇ ਸੀ, ਕਿ ਭੱਜਦਾ ਹੋਇਆ ਨਜ਼ਰ ਆਇਆ। ਗੁਰੂ ਘਰ ਦੇ ਵਿੱਚ ਇੱਕ ਨਸ਼ੇ ਦਾ ਆਦੀ ਸ਼ਖਸ ਦਾਖਲ ਹੋਇਆ, ਜਿਸ ਦੇ ਵੱਲੋਂ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ ਹੈ।